ਦੀਆਂ ਜਿਹੜੀ ਮੈਨੂਫੈਕਚਰਿੰਗ ਕੰਪਨੀਆਂ ਸੀਗੀਆਂ ਉਹਨਾਂ ਨੂੰ ਰਿਟੇਲ ਠੇਕੇ ਨਹੀਂ ਸੀ ਦੇਣੇ ਦਿੱਲੀ 'ਚ, ਉਹ ਦਿੱਤੇ ਗਏ। ਜਿਹੜੀਆਂ ਆਲਰੇਡੀ ਬਲੈਕ ਲਿਸਟਡ ਸੀਗੀਆਂ ਉਹਨਾਂ ਨੂੰ ਕੰਟਰੈਕਟ ਕਿਉਂ ਦਿੱਤਾ ਗਿਆ ਇਹਦਾ ਸ਼ਰਾਬ ਦਾ 144 ਕਰੋੜ ਰੁਪਏ ਇਹਨਾਂ ਨੇ ਮਾਫ ਕੀਤਾ ਇਹਨਾਂ ਦਾ ਸ਼ਰਾਬ ਕਾਰੋਬਾਰੀਆਂ ਦਾ ਬਿਨਾਂ ਕੈਬਨਿਟ ਅਪਰੂਵਲ ਦੇ। ਅਨਿਲ ਸਰੀਨ ਸਾਹਿਬ ਸੀਨੀਅਰ ਆਰਗੇਨਾਈਜ਼ਰ ਪੰਜਾਬ ਬੀਜੇਪੀ ਦੇ ਔਰ ਹਰਪ੍ਰੀਤ ਜੀ ਮੇਰਾ ਸਭ ਤੋਂ ਪਹਿਲਾ ਪ੍ਰਸ਼ਨ ਆਮ ਆਦਮੀ ਪਾਰਟੀ ਨੂੰ ਇਹ ਹੈ ਕਿ ਇਹ ਕਹਿੰਦੇ ਨੇ ਕਿ ਜੀ ਸਾਡੀ ਸ਼ਰਾਬ ਦੀ ਨੀਤੀ ਬੜੀ ਅੱਛੀ ਸੀਗੀ, ਤੇ ਜੇ ਅੱਛੀ ਸੀਗੀ ਤੇ ਫਿਰ ਵਾਪਸ ਕਿਉਂ ਲਿੱਤੀ? ਜੇ ਸੀਬੀਆਈ ਨੂੰ ਇਨਕੁਆਇਰੀ ਮਾਰਕ ਲੈਫਟੀਨੈਂਟ ਗਵਰਨਰ ਨੇ ਕਰ ਦਿੱਤੀ ਸੀਗੀ ਸ਼ਿਕਾਇਤਾਂ ਮਿਲਣ ਦੇ ਬਾਅਦ ਜੀ, ਤੇ ਫਿਰ ਉਹ ਵਾਪਸ ਕਿਉਂ ਲਿੱਤੀ? ਜੇ ਅੱਛੀ ਸੀ ਤੇ ਸਟੈਂਡ ਬਾਈ ਕਰਦੇ ਨਾ ਉਹਦੇ ਨਾਲ ਜੀ, ਵਾਪਸ ਕਿਉਂ ਲਿੱਤੀ? ਦੂਸਰੇ ਦਿਨ ਵਾਪਸ ਲੈ ਲਈ ਇਹਨਾਂ ਨੇ। ਤੇ ਇਹਦਾ ਮਤਲਬ ਦਾਲ ਚ ਕਾਲਾ ਨਹੀਂ ਸੀਗਾ, ਦਾਲ ਹੀ ਪੂਰੀ ਦੀ ਪੂਰੀ ਕਾਲੀ ਸੀਗੀ। ਮੈਂ ਉਹਦੇ ਐਗਜ਼ਾਮਪਲਸ ਦੇਣਾ ਤੁਹਾਨੂੰ ਜੀ ਕਿਉਂ ਇਹ ਸਾਰੀ ਸਮੱਸਿਆਵਾਂ ਖੜੀਆਂ ਹੋਈਆਂ। ਜਿਹੜੀ ਇਹ ਸ਼ਰਾਬ ਨੀਤੀ ਜਿਹੜੀ ਇਹਨਾਂ ਨੇ ਬਣਾਈ ਸੀਗੀ ਜੀ, ਇਹਦੇ ਚ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਜਿਹੜੇ ਉੱਥੇ ਦੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਸ਼ਰਾਬ ਨੀਤੀ ਦੇ ਸੀਗੇ ਟੋਟਲੀ ਜਿਹੜੇ ਆਪ ਬਣਾਏ ਸੀ ਉਹਨਾਂ ਨੂੰ ਵਾਇਓਲੇਟ ਕੀਤਾ। ਮੈਂ ਮੇਰੇ ਸਿੱਧੇ ਸਵਾਲ ਨੇ ਸ਼ਰਾਬ ਦੀਆਂ ਜਿਹੜੀ ਮੈਨੂਫੈਕਚਰਿੰਗ ਕੰਪਨੀਆਂ ਸੀਗੀਆਂ ਉਹਨਾਂ ਨੂੰ ਰਿਟੇਲ ਠੇਕੇ ਨਹੀਂ ਸੀ ਦੇਣੇ ਦਿੱਲੀ 'ਚ, ਉਹ ਦਿੱਤੇ ਗਏ ਜੀ। ਫਿਰ ਇਹਨਾਂ ਨੇ ਜਿਹੜਾ ਸੀਗਾ ਸਟੈਂਡਰਡ ਜਿਹੜੇ ਹੈਗੇ ਨੇ ਜਿਹੜਾ ਕਾਰਟਲ ਬਣਾਏਗਾ ਉਹਨੂੰ ਅੱਗੇ ਨਹੀਂ ਸੀ ਦੇਣਾ, ਕਾਰਟਲ ਬਣਾਏ ਗਏ। ਫਿਰ ਖਾਓ ਗਲੀ ਔਰ ਇੰਡੋ ਸਪਿਰਿਟ ਜਿਹੜੀ ਜਿਹੋ ਜਿਹੀ ਕੰਪਨੀਆਂ ਜਿਹੜੀਆਂ ਆਲਰੇਡੀ ਬਲੈਕ ਲਿਸਟਡ ਸੀਗੀਆਂ ਉਹਨਾਂ ਨੂੰ ਕੰਟਰੈਕਟ ਕਿਉਂ ਦਿੱਤਾ ਗਿਆ ਇਹਦਾ ਸ਼ਰਾਬ ਦਾ 25 ਅਕਤੂਬਰ 2021 ਨੂੰ ਜੀ ਐਕਸਾਈਜ਼ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਹਨਾਂ ਕੰਪਨੀਆਂ ਨੂੰ ਚਿੱਠੀ ਲਿਖੀ ਕਿ ਤੁਸੀਂ ਬਲੈਕ ਲਿਸਟਡ ਕੰਪਨੀਆਂ ਜੇ ਕਿਉਂ ਨਾ ਤੁਹਾਡੇ ਕੰਟਰੈਕਟ ਕੈਨਸਲ ਕੀਤੇ ਜਾਣ। ਕਿੰਨੇ ਰੋਕਿਆ ਉਸ ਦੇ ਉੱਤੇ ਅਗਲੀ ਕਾਰਵਾਈ ਤੋਂ? ਇਹ ਸਵਾਲ ਪੈਦਾ ਹੁੰਦਾ ਹੈ। ਫਿਰ ਉਹਦੇ ਬਾਅਦ 144 ਕਰੋੜ ਰੁਪਏ ਇਹਨਾਂ ਨੇ ਮਾਫ ਕੀਤਾ ਇਹਨਾਂ ਦਾ ਸ਼ਰਾਬ ਕਾਰੋਬਾਰੀਆਂ ਦਾ ਬਿਨਾਂ ਕੈਬਨਿਟ ਅਪਰੂਵਲ ਦੇ। ਕਿਆ 144 ਕਰੋੜ ਬਿਨਾਂ ਕੈਬਨਿਟ ਦੇ ਵਿੱਚ ਲਿਆਂਦੇ ਇਹ ਪਾਸ ਕੀਤਾ ਜਾ ਸਕਦਾ? ਇੱਕ ਆਪਣੇ ਆਪ ਚ ਪ੍ਰਸ਼ਨ 144 ਕਰੋੜ ਚੋਂ ਕਿਕਬੈਕ ਕਿੰਨੀਆਂ ਮਿਲੀਆਂ ਇਹ ਵੀ ਇੱਕ ਪ੍ਰਸ਼ਨ ਘੇਰੇ ਜਾਂਦਾ ਹੈ। ਔਰ ਸ਼ਰਾਬ ਟੈਂਡਰ ਦੇ ਜਿਹੜੇ ਅਰਨੈਸਟ ਮਨੀ ਸੀਗੀ ਜੀ 30 ਕਰੋੜ ਰੁਪਇਆ ਉਹ ਚੋਂ ਵਾਪਸ ਕੀਤਾ ਗਿਆ। ਇਹ ਵੀ ਘੇਰੇ ਚਾਹੁੰਦਾ ਕਿ ਦੱਸੋ ਕਿਉਂ ਵਾਪਸ ਕੀਤਾ ਗਿਆ 30 ਕਰੋੜ ਰੁਪਇਆ। ਫਿਰ ਦੂਸਰੀ ਗੱਲ ਜਿਹੜੀ ਉਸ ਤੋਂ ਵੱਡੀ ਗੱਲ ਸੀਗੀ ਜਿਹੜੇ ਡਿਸਟ੍ਰੀਬਿਊਟਰ ਸਨ ਉਹਨਾਂ ਦਾ ਮਾਰਜਨ ਆਫ ਪ੍ਰੋਫਿਟ 2% ਤੋਂ ਵਧਾ ਕੇ 12% ਕਰ ਦਿੱਤਾ ਗਿਆ ਦਿੱਲੀ 'ਚ। 10% ਸਿੱਧਾ ਵਧਾਤਾ। ਦੱਸੋ ਜਦ 2% ਦੇ ਉੱਤੇ ਇੰਨੇ ਸਾਲਾਂ ਤੋਂ ਉਹ ਕੰਮ ਕਰ ਰਹੇ ਸੀਗੇ ਤੇ ਫਿਰ 12% ਕਿਸ ਕੰਡੀਸ਼ਨ 'ਚ ਕੀਤਾ ਗਿਆ? 50-50 ਦਾ ਪਾਰਟਨਰਸ਼ਿਪ ਦੇ ਵਿੱਚ ਕੀਤਾ ਗਿਆ। ਕਿਆ 50% ਅਰਵਿੰਦ ਕੇਜਰੀਵਾਲ ਨੂੰ ਵਾਪਸ ਆਇਆ? ਇਸ ਚੀਜ਼ ਦਾ ਸਵਾਲ ਸਾਰੀ ਜਨਤਾ ਪੁੱਛਦੀ ਹੈ। ਫਿਰ ਪੁੱਛਦੇ ਆ ਮਨੀਸ਼ ਸਿਸੋਦੀਆ ਜੀ ਹੈਦਰਾਬਾਦ ਕੀ ਕਰਨ ਗਏ ਸੀਗੇ? ਹਰਪ੍ਰੀਤ ਜੀ ਮੈਂ ਉਸੇ ਗੱਲ ਦਾ ਜਵਾਬ ਦੇ ਰਿਹਾ। ਮੈਨੂੰ ਇੱਕ ਚੀਜ਼ ਸਿਸੋਦੀਆ ਜਵਾਬ ਦੇਣ, ਇਹ ਹੈਦਰਾਬਾਦ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਸ਼ਰਾਬ ਦੇ ਠੇਕੇ ਦਿੱਤੇ ਹੈਦਰਾਬਾਦ ਉਹਨਾਂ ਨਾਲ ਕੀ ਮੀਟਿੰਗ ਕਰਨ ਗਏ ਸਨ? ਫਿਰ ਉਹਦੇ ਬਾਅਦ ਮਨੀਸ਼ ਸਿਸੋਦੀਆ ਜਵਾਬ ਦੇਣ ਜਿਹੜੇ ਸ਼ਰਾਬ ਦੇ ਵਿਚੋਲੀਏ ਨੇ ਵਿਜੇ ਨਾਇਰ, ਦਿਨੇਸ਼ ਅਰੋੜਾ, ਅਮਿਤ ਅਰੋੜਾ, ਇਹਨਾਂ ਨਾਲ ਮਨੀਸ਼ ਸਿਸੋਦੀਆ ਦੇ ਕੀ ਸੰਬੰਧ ਨੇ? ਕਿਸ ਕਰਕੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ? ਜਿਹੜੇ ਇਲੀਗਲ ਪਬਸ ਦਿੱਲੀ ਦੇ ਵਿੱਚ ਚੱਲਦੇ ਨੇ ਉਹਨਾਂ ਦੀਆਂ ਪਬਸ ਦੇ ਵਿੱਚ ਬੈਠੇ ਦੀਆਂ ਮਨੀਸ਼ ਸਿਸੋਦੀਆ ਦੀਆਂ ਉਹਨਾਂ ਦੇ ਇਲੀਗਲ ਪਬ ਜਿਹੜੇ ਚਲਾਉਂਦੇ ਨੇ ਉਹਨਾਂ ਨਾਲ ਫੋਟੋਆਂ ਸਾਹਮਣੇ ਆ ਰਹੀਆਂ ਨੇ। ਕਿਉਂ ਉਹਨਾਂ ਨਾਲ ਬੈਠੇ ਸੀ? ਕਿਸ ਗੱਲ ਦੀ ਮੀਟਿੰਗ ਕਰ ਰਹੇ ਸਨ ਉਹਨਾਂ ਨਾਲ? ਇਹ ਸਾਰੇ ਪ੍ਰਸ਼ਨ ਜਿਹੜੇ ਹੈਗੇ ਨੇ ਇਹ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਖੜੇ ਹੋਏ ਨੇ। ਔਰ ਜੇ ਕਹਿੰਦੇ ਨੇ ਕਿ ਸਾਡੀ ਐਕਸਾਈਜ਼ ਪਾਲਿਸੀ ਬਿਲਕੁਲ ਠੀਕ ਹੈ ਤਾਂ ਫਿਰ ਮੇਰਾ ਫਿਰ ਪ੍ਰਸ਼ਨ ਇਹੀ ਹੈ ਕਿ ਜੇ ਲੈਫਟੀਨੈਂਟ ਗਵਰਨਰ ਨੇ ਜੇ ਸੀਬੀਆਈ ਨੂੰ ਇਨਕੁਆਇਰੀ ਮਾਰਕ ਕੀਤੀ ਸੀਗੀ ਤੇ ਸਟੈਂਡ ਬਾਈ ਕਰਦੇ ਨਾ ਕਿ ਸਾਡੀ ਪਾਲਿਸੀ ਬਿਲਕੁਲ ਠੀਕ ਹੈ, ਉਸ ਤੇ ਵਾਪਸ ਲੈ ਲਈ। ਥੋੜੀ ਦੇਰ ਵੇਟ ਕਰੋ। ਜੇ ਤੇ ਸੀਬੀਆਈ ਨਾਲ ਹੀ ਕੋਈ ਐਕਸ਼ਨ ਕਰ ਦੇਵੇ ਤਾਂ ਫਿਰ ਇਹ ਕਹਿੰਦੇ ਜੀ ਕਿ ਸੀਬੀਆਈ ਨੇ ਬਿਨਾਂ ਸਬੂਤਾਂ ਦੇ ਸਾਨੂੰ ਜਿਹੜਾ ਐਕਸ਼ਨ ਕਰ ਲਿਆ। ਇਹ ਤਾਂ ਹੁਣ ਹੀ ਰੌਲਾ ਪਾ ਰਹੇ ਉਹ ਸਿਸੋਦੀਆ ਨੂੰ ਅੱਜ 2 ਦਿਨ ਬਾਅਦ ਚੱਕ ਲੈਣਾ, 3 ਦਿਨ ਬਾਅਦ ਚੱਕ ਲੈਣਾ, 4 ਦਿਨ ਬਾਅਦ ਚੱਕ ਲੈਣਾ। ਪੂਰੇ ਐਵੀਡੈਂਸ ਦੇ ਨਾਲ ਕਾਰਵਾਈ ਹੋਏਗੀ, ਨਿਆਂ ਹੋਏਗਾ। ਔਰ ਇਹ ਭ੍ਰਿਸ਼ਟਾਚਾਰੀ ਜਿਹੜੀ ਆਮ ਆਦਮੀ ਪਾਰਟੀ ਹੈ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਪਾਰਟੀ, ਮੈਂ ਕਹਿੰਦਾ ਦੁਨੀਆ ਦੀ ਸਭ ਤੋਂ ਭ੍ਰਿਸ਼ਟਮ ਸਰਕਾਰ ਇੱਥੇ ਦੇ ਹਿੰਦੁਸਤਾਨ ਚ ਹੈਗੀ ਹੈ ਤੇ ਅਰਵਿੰਦ ਕੇਜਰੀਵਾਲ ਦੀ ਹੈ। ਔਰ ਸਭ ਤੋਂ ਭ੍ਰਿਸ਼ਟਮ ਜੋ ਵਿਅਕਤੀ ਹੈਗਾ ਉਹ ਅਰਵਿੰਦ ਕੇਜਰੀਵਾਲ ਹੈ ਜਿਹੜਾ ਸਿਸਟਮਾਈਜ਼ਡ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਕਿ ਐਪਰੈਂਟਲੀ ਨਹੀਂ ਦਿਖੇਗਾ। ਤੁਹਾਨੂੰ ਮੈਨੂੰ ਇੱਕ ਦੱਸੋ 2% ਤੋਂ 12% ਕਰਨ ਦਾ ਕੀ ਤੁਕ ਸੀਗਾ? ਸਿੱਧਾ ਸਿੰਪਲ ਕੁਐਸਚਨ ਹੈ ਸਰ। ਵਾਈ ਡਿਸਟ੍ਰੀਬਿਊਟਰਸ ਮਾਰਜਨ ਆਫ ਪ੍ਰੋਫਿਟ ਇਨਕਰੀਜ਼ ਫਰਮ 2% ਟੂ 12%? 10% ਇਨਕਰੀਜ਼ ਦਾ ਕੀ ਕਾਰਨ ਸੀਗਾ? ਚਲੋ ਮੈਂ ਇੱਕ ਮਿੰਟ ਆਣਾ ਵਾਪਸ ਆਣਾ ਮੈਂ ਤੁਹਾਡੇ ਕੋਲ। ਕਿਸੇ ਨੇ ਡਿਮਾਂਡ ਨਹੀਂ ਕੀਤੀ। ਨੋ ਡਾਊਟ
ਬਿਲਕੁਲ ਹਰਪ੍ਰੀਤ ਜੀ ਤੁਸੀਂ ਠੀਕ ਕਹਿ ਰਹੇ ਹੋ। ਜੇ ਦਿੱਲੀ ਦੀ ਜਾਂਚ ਦੇ ਤਾਰ ਪੰਜਾਬ ਦੀ ਲੋਕਾਂ ਨਾਲ ਵੀ ਜੁੜਨਗੇ ਤੇ ਇਹਦਾ ਦਾਇਰਾ ਜ਼ਰੂਰ ਪੰਜਾਬ ਤੇ ਵੀ ਆਏਗਾ। ਇੱਕ ਕਨਸਟੀਟਿਊਸ਼ਨਲ ਸਿਸਟਮ ਹੈਗਾ ਵਾ, ਇਹ ਚ ਤੁਸੀਂ ਜਾਂ ਮੈਂ ਜਾਂ ਕੋਈ ਹੋਰ ਐਵੇਂ ਬਿਆਨਬਾਜ਼ੀ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਨੰਬਰ 2 ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਮੇਰੇ ਸਾਥੀਆਂ ਨੇ ਵੀ ਇਹ ਗੱਲ ਕੀਤੀ ਕਿ ਦਿੱਲੀ ਦਾ ਜੋ ਸਿਸਟਮ ਸੀਗਾ, ਦਿੱਲੀ ਦੇ ਜੋ ਕਰਪਸ਼ਨ ਸੀਗੀ, ਉਹ ਆ ਕੇ ਪੰਜਾਬ ਦੇ ਵਿੱਚ ਵੀ ਹੋ ਗਈ। ਹੁਣ ਆਪਾਂ ਪੰਜਾਬ 'ਚ ਦੇਖੀਏ, ਹੋਲਸੇਲਰ ਦਾ ਜਿਹੜਾ ਮਾਰਜਨ ਆਫ ਪ੍ਰੋਫਿਟ ਸੀ 5% ਤੋਂ 10% ਕਰ ਦਿੱਤਾ ਗਿਆ। ਕਾਹਦੇ ਲਈ ਕੀਤਾ ਗਿਆ? ਕਿਹਦੇ ਕਹਿਣ ਤੇ ਕੀਤਾ ਗਿਆ? ਕੀ ਲੋੜ ਪਈ ਸੀ ਕਿ ਉਸ ਨੂੰ 5 ਤੋਂ 10 ਕਰਨਾ? ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈਗਾ। ਔਰ ਫਿਰ ਦੂਸਰੀ ਚੀਜ਼ ਦੇਖੋ, ਪਹਿਲਾਂ L1 ਦੇ ਲਗਭਗ 80 ਡੀਲਰ ਹੁੰਦੇ ਸਨ। ਹੁਣ ਪੰਜਾਬ 'ਚ ਸਿਰਫ 7 ਡੀਲਰ ਨੇ, ਉਹਨਾਂ 'ਚ ਵੀ ਜਿਹੜੇ 80% ਕੰਮ ਹੈ ਸਿਰਫ 2 ਡੀਲਰਾਂ ਕੋਲ ਵੱਡੇ, ਤਾਂ ਕਿ ਜਿਹੜੀਆਂ ਕਿਕਬੈਕਸ ਲੈਣੀਆਂ ਨੇ ਇਹਨਾਂ ਨੇ ਉਹ ਦੋਵਾਂ ਦੇ ਕੋਲ ਲੈ ਕੇ ਰੌਲਾ ਨਹੀਂ ਪਏਗਾ। ਜੇ ਜ਼ਿਆਦਾ 80 ਬੰਦੇ ਹੋਣਗੇ ਉਹਨਾਂ ਕੋਲ ਕਿਕਬੈਕ ਲੈਣਗੇ ਤਾਂ ਰੌਲਾ ਪਏਗਾ। 2 ਬੰਦੇ ਕੋਲ ਲੈਣਗੇ ਚੁੱਪ-ਚੁਪੀਤੇ, ਔਰ ਉਹ ਵੀ 2 ਬੰਦੇ ਉਹ ਨੇ ਜਿਹੜੇ ਦਿੱਲੀ ਦੇ ਵਿੱਚ ਆਲਰੇਡੀ ਬਲੈਕ ਲਿਸਟਡ ਨੇ, ਦਿੱਲੀ 'ਚ ਕੰਮ ਕਰ ਰਹੇ ਨੇ, ਉਹਨਾਂ ਨੂੰ ਹੀ ਪੰਜਾਬ ਦੇ ਵਿੱਚ ਇਹਨਾਂ ਨੇ ਕੰਟਰੈਕਟ ਦਿੱਤੇ ਨੇ। ਔਰ ਆਪਾਂ ਸਾਰਿਆਂ ਨੇ ਦੇਖਿਆ ਕਿ ਹਯਾਤ ਦੇ ਵਿੱਚ ਕਿਸ ਤਰੀਕੇ ਨਾਲ ਰਾਘਵ ਚੱਡਾ ਦੀ ਉਹਨਾਂ ਨਾਲ ਮੀਟਿੰਗ ਹੋਈ, ਕਿਸ ਤਰ੍ਹਾਂ ਮਨੀਸ਼ ਸਿਸੋਦੀਆ ਦੇ ਅਫਸਰਾਂ ਨਾਲ ਮੀਟਿੰਗ ਹੋਈ, ਮਨੀਸ਼ ਸਿਸੋਦੀਆ ਦੀ ਇਹਨਾਂ ਲੋਕਾਂ ਨਾਲ ਮੀਟਿੰਗ ਹੋਈ। ਇਹ ਸਾਰੇ ਦਾ ਸਾਰਾ ਜਿਹੜਾ ਤੰਤਰ ਹੈਗਾ, ਇਹ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਨੇ, ਲੇਕਿਨ ਮੈਂ ਕਹਿੰਦਾ ਕਿ ਇਸ ਤੋਂ ਭ੍ਰਸ਼ਟ ਲੋਕ ਕੋਈ ਨਹੀਂ ਹੋ ਸਕਦੇ। ਇਹਨਾਂ ਨੇ ਸਿਸਟਮ ਨੂੰ ਭ੍ਰਸ਼ਟ ਕੀਤਾ, ਬੜੇ ਸਿਸਟਮਾਈਜ਼ ਤਰੀਕੇ ਨਾਲ ਭ੍ਰਸ਼ਟਾਚਾਰ ਕੀਤਾ। ਮੈਨੂੰ ਇੱਕ ਚੀਜ਼ ਦੱਸੋ, ਜੇ ਕਹਿੰਦੇ ਕਿ ਸੀਬੀਆਈ ਦੇ ਕਹਿਣ ਦੇ ਉੱਤੇ ਬੀਜੇਪੀ ਦੇ ਕਹਿਣ ਤੇ ਸੀਬੀਆਈ ਚੱਲ ਰਹੀ ਹੈ, ਤੇ ਇਹਨਾਂ ਨੇ ਆਪਣੀ ਐਕਸਾਈਜ਼ ਪਾਲਿਸੀ ਕਿਉਂ ਵਾਪਸ ਲਿੱਤੀ? ਸਟੈਂਡ ਕਰਦੇ ਨਾ। ਚੋਰ ਦੀ ਦਾੜੀ ਤਿਨਕਾ ਤੇ ਮੈਂ ਉਹਦੇ ਚ ਕੀ ਕਰ ਸਕਦਾ? ਜਿਸ ਤੱਕ ਖਡਿਆਲ ਸਾਹਿਬ ਦਾ ਸਵਾਲ ਹੈ, ਖਡਿਆਲ ਸਾਹਿਬ ਆਜ਼ਾਦ ਸਾਹਿਬ ਛੱਡ ਕੇ ਕਿਉਂ ਚਲੇ ਗਏ ਨੇ? ਅੱਜ ਮਨੀਸ਼ ਸਿਸੋਦੀਆ, ਆਨੰਦ ਸ਼ਰਮਾ, G23 ਜਿਹੜੇ ਤੁਹਾਡੇ ਬਾਗੀ ਹੋਏ ਨੇ, ਕਿਆ ਉਹ ਸੀਬੀ ਔਰ ਈਡੀ ਕਰਕੇ ਹੋ ਰਹੇ ਨੇ? ਉਹ ਤੁਹਾਡੇ ਨਲਾਇਕ ਨੇਤ੍ਰਿਤਵ ਕਰਕੇ ਹੋ ਰਹੇ ਨੇ, ਤੁਹਾਡੇ ਕਮਜ਼ੋਰ ਨੇਤ੍ਰਿਤਵ ਕਰਕੇ ਹੋ ਰਹੇ ਨੇ। ਤੁਸੀਂ ਇੱਕ ਨਲਾਇਕ ਮੰਦਬੁੱਧੀ ਬੱਚੇ ਨੂੰ ਦੇਸ਼ ਦੇ ਉੱਤੇ ਥੋਪਣਾ ਚਾਹੁੰਦੇ ਹੋ। ਤੁਹਾਡੇ ਕਾਂਗਰਸੀ ਕਹਿ ਰਹੇ ਨੇ ਚਲੋ ਆਪਾਂ ਨਿੱਜੀ ਟਿੱਪਣੀ ਨਾ ਕਰੀਏ, ਕਿਰਪਾ ਕਰਕੇ ਮਿਹਰ ਕਰੋ ਕਾਂਗਰਸ ਦੇ ਉੱਤੇ। ਮੈਂ ਉਸ ਤੇ ਨਹੀਂ ਜਾਣਾ, ਨਿੱਜੀ ਟਿੱਪਣੀ ਨਾ ਕਰੀਏ, ਮੈਂ ਉੱਥੇ ਨਹੀਂ ਜਾਣਾ ਚਾਹੁੰਦਾ। ਲੇਕਿਨ ਠੀਕ ਹੈ, ਚਲੋ ਕੋਈ ਗੱਲ, ਠੀਕ ਹੈ, ਕੋਈ ਗੱਲ। ਮੇਰਾ ਇਹ ਕਹਿਣਾ ਹੈਗਾ ਕਿ ਦੂਸਰਿਆਂ ਦੇ ਉੱਤੇ ਜਿਹੜਾ ਟਿੱਪਣੀ ਕਰਨੀ ਹੈ, ਪਹਿਲਾਂ ਆਪਣੀ ਪੀੜੀ ਥਲੇ ਸੁੱਟਾ ਮਾਰ ਕੇ ਦੇਖ ਲਓ ਕਿ ਤੁਹਾਡੀ ਕਾਂਗਰਸ ਆਪ ਕਮਜ਼ੋਰ ਹੋ ਰਹੀ ਹੈ। ਤੁਹਾਡੇ ਪੰਜਾਬ ਦੇ ਲੀਡਰ ਛੱਡ ਕੇ ਜਾ ਰਹੇ ਨੇ, ਤੁਹਾਡੇ ਆਲ ਇੰਡੀਆ ਦੇ ਲੀਡਰ ਛੱਡ ਕੇ ਜਾ ਰਹੇ ਨੇ, ਤੁਹਾਡੇ ਔਰ ਪ੍ਰਦੇਸ਼ਾਂ ਦੇ ਲੀਡਰ ਤੁਹਾਨੂੰ ਛੱਡ ਕੇ ਜਾ ਰਹੇ ਨੇ। ਆਪਣੀ ਪੀੜੀ ਥਲੇ ਸੁੱਟਾ ਆਪ ਮਾਰੋ ਕਿ ਤੁਹਾਡੇ 'ਚ ਕੀ ਕਮਜ਼ੋਰੀਆਂ ਆ ਗਈਆਂ, ਤੁਹਾਡੀ ਲੀਡਰਸ਼ਿਪ ਕਿੱਥੇ ਕਮਜ਼ੋਰ ਹੋ ਗਈ। ਸਵਾਲ ਤੇ ਇਸ ਗੱਲ ਤੇ ਹੈਗਾ। ਆਪਾਂ ਇਹਦਾ ਕਰਦੇ ਕੀ ਆ? ਆਪਣੀ ਕਮਜ਼ੋਰੀ ਦੇਖਣ ਦੀ ਬਜਾਏ ਦੂਜੇ ਧਿਰਾਂ ਦੇ ਉੱਤੇ ਆਪਾਂ ਪ੍ਰਸ਼ਨ ਚਿੰਨ੍ਹ ਕਰਨਾ ਸ਼ੁਰੂ ਕਰ ਦਿੰਦੇ ਹਾਂ। ਨਹੀਂ ਹਰਪ੍ਰੀਤ ਜੀ, ਗੱਲ ਇਹ ਹੈ ਕਿ ਇੰਨੇ ਸਾਲ ਜੇ ਰਾਜ ਕੀਤਾ ਤੇ ਇਹਨਾਂ ਲੋਕਾਂ ਨੇ ਕੀਤਾ, ਜੇ ਭ੍ਰਸ਼ਟਾਚਾਰ ਕੀਤਾ ਤੇ ਇਹਨਾਂ ਨੇ ਕੀਤਾ, ਅਸੀਂ ਨਹੀਂ ਕੀਤਾ। ਕੋਲ ਸਕੈਮ ਹੋਇਆ, 2G ਸਕੈਮ ਹੋਇਆ, ਬਫਰ ਸਕੈਮ ਹੋਇਆ, ਇਹਨਾਂ ਲੋਕਾਂ ਨੇ ਕੀਤੇ ਨੇ। ਜਿਹੜਾ ਬੰਦਾ ਗਲਤ ਕਰੇਗਾ ਚਲੋ ਠੀਕ ਉਹਦੇ ਤੇ ਆਏਗਾ ਨਾ।